कि हमने 3 कृषि कानूनों को वापस लेने का, रिपील करने का निर्णय लिया है। कहती भी मोदी है जो बोल ਦਿੱਤਾ जवान चो वापस नहीं हुंदा, तीर ਚੱਲਿਆ कदे कमान चो वापस नहीं हुंदा। ਅੱਜ तीर ਦੁਬਾਰੇ ਚੱਲਿਆ कमान ਵਿੱਚ ਪਾਤਾ ਇਹ ਲੋਕਾਂ ਨੇ। ਤੋਹਫਾ ਮਿਲ ਗਿਆ। ਪਹਿਲਾਂ ਤਾਂ ਕਹਿੰਦੇ ਤੇ ਵੀ ਦੀਵਾਲੀ ਤੋਂ ਪਹਿਲਾਂ ਤੋਹਫਾ ਮਿਲਣਾ ਜਾਂ ਬਾਅਦ ਚੋਂ ਮਿਲਣਾ, ਪਰ ਦੀਵਾਲੀ ਲੰਘੀ। ਚਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੁਹਾਨੂੰ ਵੱਡਾ ਤੋਹਫਾ ਮਿਲਿਆ, ਖੁਸ਼ੀ ਆ ਹੁਣ ਪੂਰੀ। ਇੱਕ ਤਾਂ ਬੰਦੇ ਨੇ ਮਾਫੀ ਮੰਗਣੀ ਹੁੰਦੀ ਆਮ ਆ, ਜਦੋਂ ਗੋਲਡਨੀ ਲਾ ਕੇ ਮਾਫੀ ਮੰਗਦਾ ਨਾ ਉਹ ਜਿੱਤਦਾ ਅਹਿਸਾਸ ਹੀ ਹੋਰ ਹੁੰਦਾ। ਤੇ ਅਸਲ ਜਸ਼ਨ ਨੇ ਜਿਹੜੇ ਅਸੀਂ ਜਿੱਦੇ ਇਹ ਕਾਲੇ ਕਾਨੂੰਨ ਲਿਖਤੀ ਰੂਪ 'ਚ ਜਿਹੜੇ ਆਉਣਗੇ ਲੀਗਲੀ ਤੌਰ ਤੇ ਉਸ ਦਿਨ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਅੱਜ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ 3 ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਨਵੰਬਰ ਦੇ ਲਾਸਟ ਵੀਕ ਵਿੱਚ ਪੂਰੀ ਪ੍ਰਤੀਕਿਰਿਆ ਸ਼ੁਰੂ ਹੋਊਗੀ। ਜੋ ਵੀ ਕਾਨੂੰਨ ਬਣਾਏ ਸਨ, ਕੇਂਦਰ ਸਰਕਾਰ ਕਿਸਾਨਾਂ ਦੇ ਅੱਗੇ ਝੁਕੀ ਆ। ਸੋ ਲਗਾਤਾਰ ਕਿਸਾਨਾਂ 'ਚ ਖੁਸ਼ੀ ਦਾ ਮਾਹੌਲ ਆ। ਜਿੱਥੇ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਉੱਥੇ ਦੀਆਂ ਸਿੱਧੀਆਂ ਤਸਵੀਰਾਂ ਦਿਖਾਉਂਦੇ ਆ। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਕਾਲਾ ਝਾੜ ਟੋਲ ਪਲਾਜ਼ੇ ਤੇ ਤਕਰੀਬਨ 1 ਅਕਤੂਬਰ 2020 ਤੋਂ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ, ਜੋ ਪ੍ਰਦਰਸ਼ਨ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਤਸਵੀਰਾਂ ਤੁਹਾਨੂੰ ਦਿਖਾਉਣੇ ਆ। ਅੱਜ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਇੱਥੇ ਪਹੁੰਚੇ ਨੇ। ਸਟੇਜ ਹਰ ਰੋਜ਼ ਲੱਗਦੀ ਆ, ਸੰਬੋਧਨ ਕਰਦੇ ਨੇ, ਲਗਾਤਾਰ ਪ੍ਰਦਰਸ਼ਨ ਚੱਲਦੇ ਨੇ। ਸੋ ਲਗਾਤਾਰ ਅੱਜ ਕਿਤੇ ਨਾ ਕਿਤੇ ਕਿਸਾਨਾਂ 'ਚ ਖੁਸ਼ੀ ਦਾ ਮਾਹੌਲ ਆ। ਗੱਲਬਾਤ ਵੀ ਕਰਾਂਗੇ ਕਿਸਾਨ ਆਗੂਆਂ ਨਾਲ ਕਿ ਕਿਸ ਤਰ੍ਹਾਂ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਗੱਲਾਂ ਬਾਤਾਂ ਵੀ ਕੀਤੀਆਂ ਕਿ ਖੇਤੀ ਕਾਨੂੰਨ ਅਸੀਂ ਬਣਾਏ ਸੀ ਲੋਕਾਂ ਦੇ ਫਾਇਦੇ ਲਈ, ਪਰ ਜੋ ਵੀ ਹੋਇਆ ਅਸੀਂ ਦੇਸ਼ ਦੇ ਲੋਕਾਂ ਦੇ ਹਿੱਤ ਲਈ ਅਤੇ ਕਿਸਾਨਾਂ ਦੇ ਹਿੱਤ ਲਈ ਕੀਤਾ। ਅਸੀਂ ਖੇਤੀ ਕਾਨੂੰਨ ਰੱਦ ਕਰ ਰਹੇ ਹਾਂ। ਇੱਥੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਕਿਹਾ ਤਾਂ ਪੂਰਾ ਖੁਸ਼ੀ ਦਾ ਮਾਹੌਲ ਹੋਇਆ ਕਿਸਾਨਾਂ 'ਚ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬੇ ਦੇ ਆਗੂ ਸਾਡੇ ਨਾਲ ਜਗਤਾਰ ਸਿੰਘ ਕਾਲਾ ਝਾੜ ਮੌਜੂਦ ਨੇ। ਕਾਲਾ ਝਾੜ ਜੀ, ਤੋਹਫਾ ਮਿਲ ਗਿਆ। ਪਹਿਲਾਂ ਤਾਂ ਕਹਿੰਦੇ ਤੇ ਵੀ ਦੀਵਾਲੀ ਤੋਂ ਪਹਿਲਾਂ ਤੋਹਫਾ ਮਿਲਣਾ ਜਾਂ ਬਾਅਦ ਚੋਂ ਮਿਲਣਾ, ਪਰ ਦੀਵਾਲੀ ਲੰਘੀ। ਚਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੁਹਾਨੂੰ ਵੱਡਾ ਤੋਹਫਾ ਮਿਲਿਆ, ਖੁਸ਼ੀ ਆ ਹੁਣ ਪੂਰੀ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਜਾਣੀ ਇਹ ਇਤਿਹਾਸਕ ਜਿੱਤ ਹੋਈ ਆ, ਲੋਕਾਂ ਦੀ ਇਤਿਹਾਸਕ ਜਿੱਤ ਆ। ਇੱਕ ਤਾਂ ਬੰਦੇ ਨੇ ਮਾਫੀ ਮੰਗਣੀ ਹੁੰਦੀ ਆਮ ਆ, ਜਦੋਂ ਗੋਲਡਨੀ ਲਾ ਕੇ ਮਾਫੀ ਮੰਗਦਾ ਨਾ ਉਹ ਜਿੱਤਦਾ ਅਹਿਸਾਸ ਹੀ ਹੋਰ ਹੁੰਦਾ। ਇਸ ਕਰਕੇ ਅੱਜ ਬਹੁਤ ਵੱਡੀ ਜਿੱਤ ਆ ਲੋਕਾਂ ਦੀ। ਅਸਲੀ ਜਿੱਤ ਇਹਦੇ ਜਸ਼ਨ ਨੇ। ਅਸੀਂ ਉਸ ਦਿਨ ਮਨਾਵਾਂਗੇ ਜਿਸ ਦਿਨ ਲਿਖਤੀ ਰੂਪ ਦੇ ਵਿੱਚ ਪੂਰੇ ਇਹ 3 ਕਾਨੂੰਨਾਂ ਰੱਦ ਦਾ ਜਿਹੜਾ ਸਾਨੂੰ ਉਹ ਦੇਣਗੇ ਲਿਖਤੀ ਰੂਪ ਦੇ ਵਿੱਚ। ਤੇ MSP ਦੇ ਉੱਤੇ ਸਰਕਾਰ ਕੀ ਬੋਲਦੀ ਆ। ਤੇ ਲਖਮੀਰਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ, ਉਹ ਮੰਤਰੀ ਆ ਜਿਹੜਾ ਉਹਨੂੰ ਬਰਖਾਸਤ ਨਹੀਂ ਕਰਦੇ। ਜਾਣੀ ਇਹ ਮੋਰਚਾ ਜੇ ਚੱਲੂਗਾ ਦਿੱਲੀ ਦੇ ਵਿੱਚ 26 ਤਰੀਕ ਨੂੰ ਲੱਖਾਂ ਲੋਕ ਦਿੱਲੀ ਦੇ ਵਿੱਚ ਜਾ ਰਹੇ ਨੇ, ਉਧਰੋਂ ਜਸ਼ਨ ਮਨਾਉਂਦੇ ਢੋਲ ਵਜਾਉਂਦੇ ਹੋਏ। ਇਸ ਕਰਕੇ ਇਹ ਲੜਾਈ ਆ ਜਿਹੜੀ ਇਹ ਸਾਡੀਆਂ ਮਾਵਾਂ ਭੈਣਾਂ, ਸਾਡੇ ਜਿਹੜੇ ਮਜ਼ਦੂਰ ਨੇ, ਕਿਸਾਨ ਨੇ, ਉਹ ਬਹੁਤ ਸਿਦਕ ਨਾਲ ਜਿਹੜੇ ਲੜੇ ਨੇ, ਅਸਾਸਨ ਦੇ ਨਾਲ ਲੜੇ ਨੇ। ਉਹਨਾਂ ਦੀ ਆਮ ਲੋਕਾਂ ਦੀ ਜਿਹੜੀ ਸੰਘਰਸ਼ੀ ਲੋਕਾਂ ਦੀ ਜਿੱਤ ਹੋਈ ਆ। ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਅਸੀਂ ਗੁਰਪੁਰਬ ਦੇ ਉੱਤੇ ਇਹ ਇੱਥੇ ਜਿਹੜਾ ਲੱਡੂ ਜਲੇਬੀਆਂ ਦਾ ਜਿਹੜਾ ਟੋਲ ਪਲਾਜ਼ਾ ਕਾਲਾ ਝਾੜ ਤੇ ਇਹ ਵੀ ਚਲਾਇਆ ਹੈਗਾ। ਤੇ ਅਸਲ ਜਸ਼ਨ ਨੇ ਜਿਹੜੇ ਅਸੀਂ ਜਿੱਦੇ ਇਹ ਕਾਲੇ ਕਾਨੂੰਨ ਲਿਖਤੀ ਰੂਪ 'ਚ ਜਿਹੜੇ ਆਉਣਗੇ ਲੀਗਲੀ ਤੌਰ ਤੇ ਉਸ ਦਿਨ ਮਨਾਵਾਂਗੇ। ਯਾਨੀ ਕਿ ਲਿਖਤੀ ਪ੍ਰਤੀਕਿਰਿਆ ਜਦੋਂ ਹੋਊਗੀ, ਪੂਰਾ ਲੋਕ ਸਭਾ ਰਾਜ ਸਭਾ 'ਚ ਜਦੋਂ ਪਾਸ ਕਰਦਾ, ਕਿਉਂਕਿ ਜਦੋਂ ਖੇਤੀ ਕਾਨੂੰਨ ਬਣੇ ਤੇ ਲੋਕ ਸਭਾ 'ਚ ਪਹਿਲਾਂ ਪਾਸ ਹੋਏ, ਫਿਰ ਰਾਜ ਸਭਾ 'ਚ ਪਾਸ ਕੀਤੇ, ਫਿਰ ਕਾਨੂੰਨ ਬਣੇ ਨੇ। ਯਾਨੀ ਕਿ ਉੱਥੇ ਰੱਦ ਜਦੋਂ ਪੂਰਾ ਲਿਖਤੀ ਰੂਪ 'ਚ ਹੋਊਗਾ ਫਿਰ ਤੁਸੀਂ ਮੰਨੋਗੇ ਕਿ ਰੱਦ ਹੋ ਚੁੱਕੇ ਨੇ? ਬਿਲਕੁਲ, ਜਦੋਂ ਲਿਖਤੀ ਰੂਪ 'ਚ ਆਊਗੀ ਸਾਰੀ ਗੱਲ ਸਾਡੇ ਹੱਥਾਂ 'ਚ ਆਊਗੀ, ਸਾਡੇ ਆਗੂਆਂ ਨਾਲ ਮੀਟਿੰਗ ਹੋਊਗੀ। ਉਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਉਦੋਂ ਬਾਅਦ ਅਗਲਾ, ਕਿਉਂਕਿ MSP ਆ ਜਿਹੜੀ ਉਹ ਦੂਜੇ ਸੂਬਿਆਂ ਦੇ ਵਿੱਚ, ਦੂਜੇ ਰਾਜਾਂ ਦੇ ਵਿੱਚ ਵੱਡੀ ਲੜਾਈ MSP ਦੀ ਵੀ ਖੜੀ ਆ। ਇਹ ਜਿਹੜੀ ਲੜਾਈ ਆਜ਼ਾਦੀ ਦੀ ਲੜਾਈ ਵਾਲੇ ਪਾਸੇ ਨੂੰ ਇਹ ਲੜਾਈ ਆ ਜਿਹੜੀ ਗੱਲ ਤੁਰ ਪਈ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੇ ਜਿਹੜਾ ਵੱਡੀ ਅਵੇਅਰਨੈਸ ਆ ਕੇ ਇਹ ਆਜ਼ਾਦੀ ਵਾਲੇ ਪਾਸੇ ਨੂੰ ਲੜਾਈ ਚੱਲ ਪਈ। ਇਹ ਲੋਕਾਂ ਦੀ ਇਤਿਹਾਸਕ ਜਿੱਤ ਆ ਜਿਹੜੀ ਹੋਈ ਆ। ਬਿਲਕੁਲ ਜੀ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦਾ ਇਹੀ ਕਹਿਣਾ ਕਿ ਜਦੋਂ ਲਿਖਤੀ ਪ੍ਰਤੀਕਿਰਿਆ ਹੋਊਗੀ, ਕਿਉਂਕਿ ਜਦੋਂ ਕਾਨੂੰਨ ਬਣਦੇ ਨੇ ਪਹਿਲਾਂ ਲੋਕ ਸਭਾ 'ਚ ਬਹਿਸ ਹੁੰਦੀ ਆ, ਫਿਰ ਰਾਜ ਸਭਾ 'ਚ ਬਹਿਸ ਹੁੰਦੀ ਆ। ਉੱਥੇ ਕਿਤੇ ਨਾ ਕਿਤੇ ਜੋ ਮੈਂਬਰ ਪਾਰਲੀਮੈਂਟ ਨੇ ਸਾਰੇ ਵੋਟਾਂ ਪਾਉਂਦੇ ਨੇ ਜਾਂ ਦਸਖਤ ਕਰਦੇ ਨੇ, ਉਸ ਤੋਂ ਬਾਅਦ ਕਾਨੂੰਨ ਬਣਦੇ ਨੇ। ਅਤੇ ਉਗਰਾਹਾਂ ਗਰੁੱਪ ਦੇ ਆਗੂਆਂ ਦਾ ਕਹਿਣਾ ਕਿ ਜਦੋਂ ਲਿਖਤੀ ਪ੍ਰਤੀਕਿਰਿਆ ਹੋਊਗੀ ਉੱਥੇ ਰੱਦ ਹੋਣਗੇ ਤਾਂ ਅਸੀਂ ਮੰਨਾਂਗੇ। ਠੀਕ ਆ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਆਗੂਆਂ ਦਾ ਕਹਿਣਾ। ਅਜੈਬ ਸਿੰਘ ਲੱਖੇਵਾਲ ਬਲਾਕ ਪ੍ਰਧਾਨ ਮੌਜੂਦ ਨੇ ਸਾਡੇ ਨਾਲ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ ਸਵੇਰੇ ਸਵੇਰੇ ਜਦੋਂ ਸੁੱਤੇ ਉੱਠੇ ਜਦ ਹੀ TV ਲਾਇਆ ਦੇਖਿਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਰੱਦ ਕਰਤੇ, ਖੁਸ਼ੀ ਦਾ ਮਾਹੌਲ ਬਣਿਆ, ਜਸ਼ਨ ਮਨਾ ਰਹੇ ਹੋ? ਫਿਰ
ਕਿਉਂਕਿ ਜਿਹੜੇ ਕਾਨੂੰਨ 1 ਸਾਲ ਤੋਂ ਕਿਸਾਨ ਉੱਥੇ ਦਿੱਲੀ ਦੇ ਬਾਰਡਰਾਂ ਤੇ ਬੈਠੇ, ਉਹ ਕਾਨੂੰਨ ਜਦੋਂ 2006 ਦੇ ਵਿੱਚ ਅੰਗਰੇਜ਼ ਲੈ ਕੇ ਵੀ ਆਏ ਸੀ, ਉਦੋਂ ਵੀ ਇਹ ਸੰਘਰਸ਼ ਚੱਲਿਆ ਸੀ। ਇਹੀ ਕਾਨੂੰਨ 2006 ਚ ਅੰਗਰੇਜ਼ ਵੀ ਲੈ ਕੇ ਆਏ ਸੀ, ਪਰ ਉਦੋਂ ਸੰਘਰਸ਼ 9 ਮਹੀਨੇ ਚੱਲਿਆ ਸੀ। 1906 ਦੇ ਵਿੱਚ ਇਹ ਸੰਘਰਸ਼ ਚੱਲਿਆ। 1906 ਦੇ ਵਿੱਚ ਇਹ ਸੰਘਰਸ਼ ਜਦ ਚੱਲਿਆ 9 ਮਹੀਨੇ ਪੂਰਾ ਚੱਲ ਕੇ ਜਣੀ ਉਸ ਸਮੇਂ ਅੰਗਰੇਜ਼ਾਂ ਨੂੰ ਵੀ ਇਸ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ, ਕਿਉਂਕਿ ਅੱਜ ਪੰਜਾਬ ਦਾ ਕਿਸਾਨ ਜਾਗ ਚੁੱਕਿਆ ਹੈ। ਬੇਸ਼ੱਕ ਮੋਦੀ ਨੂੰ ਇਹ ਭੁਲੇਖੇ ਸੀਗੇ ਵੀ ਸ਼ਾਇਦ ਇਹ ਲੋਕ ਥੱਕ ਕੇ ਹਾਰ ਕੇ ਇੱਥੋਂ ਵਗ ਜਾਣਗੇ, ਤੁਰ ਜਾਣਗੇ, ਬਾਰਡਰਾਂ ਤੋਂ ਉੱਠ ਜਾਣਗੇ, ਪਰ ਨਹੀਂ। ਪੰਜਾਬ ਦੇ ਉਹ ਲੋਕ ਨੇ ਅਣਖੀ ਜਿਹੜੇ ਮਤਲਬ ਮੋਦੀ ਨੂੰ ਝੁਕਾ ਕੇ ਹਟੇ ਨੇ। ਮੋਦੀ ਤੋਂ ਉਹ ਕਾਨੂੰਨ ਜਿਹੜੇ ਵਾਪਸ ਹੋਏ ਨੇ, ਮੋਦੀ ਆਪਣੇ ਮੂੰਹ ਮੰਨ ਰਿਹਾ ਵੀ ਮੈਂ ਕਿਸਾਨਾਂ ਦੇ ਵਿੱਚ ਇਹ ਗੱਲ ਸਾਬਤ ਨਹੀਂ ਕਰ ਸਕਿਆ ਵੀ ਹਾਂ ਕਿਸਾਨੋ ਤੁਹਾਡੇ ਵਾਸਤੇ ਇਹ ਵਧੀਆ ਨੇ ਕਾਨੂੰਨ। ਇਸ ਕਰਕੇ ਜਾਣੀ ਇਹ ਚੀਜ਼ ਦੀ ਉਹਨੂੰ ਨਮੋਸੀ ਹੈ। ਬਿਲਕੁਲ। ਵੈਸੇ ਪ੍ਰਧਾਨ ਜੀ, ਜੇ ਗੱਲ ਕਰੀਏ, ਪ੍ਰਧਾਨ ਮੰਤਰੀ ਮੋਦੀ ਬੋਲੇ ਨੇ, ਗੱਲਬਾਤ ਉਹਨਾਂ ਨੇ ਕੀਤੀ ਆ ਕਿ ਕੁਝ ਵਰਗ ਵੀ ਹਰ ਵਰਗ ਤਾਂ ਖੁਸ਼ ਸੀ, ਕੁਝ ਵਰਗ ਕਿਸਾਨਾਂ ਦੇ ਜਿਹੜੇ ਖੁਸ਼ ਨਹੀਂ ਸਨ। ਅੱਜ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਖੇਤੀ ਕਾਨੂੰਨ ਬਣਾਏ ਤੇ ਛੋਟੇ ਕਿਸਾਨਾਂ ਨੂੰ ਫਾਇਦੇ ਲਈ ਬਣਾਏ ਤੇ ਆਮਦਨ ਦੁੱਗਣੀ ਹੋਣੀ, ਕਹੀ ਉਹੀ ਗੱਲਾਂ ਵੀ ਪਰ ਫਿਰ ਵੀ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਅਸੀਂ ਕਾਨੂੰਨ ਰੱਦ ਕਰਦੇ ਹਾਂ। ਅਸੀਂ ਇਹ ਪੁੱਛਣਾ ਚਾਹੁੰਦੇ ਮੋਦੀ ਸਾਹਿਬ ਨੂੰ, ਅੱਜ ਸਾਨੂੰ MSP ਦਾ ਰੇਟ ਵੀ ਮਿਲਦਾ ਹੈ, ਅੱਜ ਸਾਰੇ ਕਿਸਾਨ ਫਸਲ ਪੈਦਾ ਕਰਕੇ ਵੇਚ ਰਹੇ ਨੇ, ਪਰ ਜੇ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਉਹ ਕਿਹੜੀ ਇਹੀ ਜੀ ਉਹਨਾਂ ਕੋਲੇ ਜਾਦੂ ਹੈ ਵੀ ਜਿਹੜੀ ਛੋਟੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। ਉਹਦੇ ਵਾਸਤੇ ਮੋਦੀ ਸਾਹਿਬ ਨੇ ਕੁਝ ਨਹੀਂ ਦੱਸਿਆ ਵੀ ਕਿਹੜੇ ਤਰੀਕੇ ਨਾਲ ਮੈਂ ਇਹਨਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਬਹੁਤ ਤਬਕੇ ਉਹ ਨੇ ਜਿਹੜੇ ਲੋਕ ਖੁਸ਼ ਤੇ ਇਹਨਾਂ ਕਾਨੂੰਨਾਂ ਤੋਂ, ਕਿਉਂਕਿ ਉਹ ਲੁਟੇਰੇ ਲੋਕ, ਉਹ ਲੁਟੇਰੀਆਂ ਕੰਪਨੀਆਂ, ਭਾਵੇਂ ਉਹ ਅਡਾਨੀ ਬਾਨੀ ਕਹਿੰਦੇ ਬਿਰਲੇ ਟਾਟੇ ਕੇ, ਉਹ ਸਿਰਫ ਇਸ ਕਰਕੇ ਖੁਸ਼ ਤੇ ਵੀ ਜੇ ਇਹ ਕਾਨੂੰਨ ਪਾਸ ਹੁੰਦੇ ਨੇ ਤਾਂ ਉਹਨਾਂ ਨੇ ਵੱਡੇ ਵੱਡੇ ਫਾਰਮਾਂ ਦੇ ਮਾਲਕ ਬਣਨਾ ਸੀ। ਇੱਥੋਂ ਦੇ ਅਨਾਜ ਭੰਡਾਰ ਦੇ ਉੱਤੇ ਇਹਨਾਂ ਲੋਕਾਂ ਦਾ ਕਬਜ਼ਾ ਹੋਣਾ ਸੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਿਸਾਬ ਸਾਡੇ ਦੇਸ਼ ਦੀ ਗਿਣਤੀ, ਸਾਡੇ ਦੇਸ਼ ਦੀ ਪਬਲਿਕ ਦਾ ਵਾਧਾ ਹੋ ਰਿਹਾ ਹੈ, ਉਸ ਹਿਸਾਬ ਸਾਡੇ ਦੇਸ਼ ਦੇ ਵਿੱਚ ਪੂਰਾ ਅਨਾਜ ਨਹੀਂ ਹੋ ਰਿਹਾ, ਅਨਾਜ ਦੀ ਸਹੀ ਵੰਡ ਨਹੀਂ ਹੋ ਰਹੀ। ਕਿਉਂਕਿ ਬਹੁਤ ਉਹ ਲੋਕ ਨੇ ਜਿਹੜੇ ਭੁੱਖੇ ਸੌਂਦੇ ਨੇ, ਪਰ ਜੇ ਉਹ ਅਨਾਜ ਜਿਹੜਾ ਅੱਜ ਖੁੱਲ੍ਹੇ ਅਸਮਾਨ ਦੇ ਵਿੱਚ ਗੋਦਾਮਾਂ 'ਚ ਸੜ ਰਿਹਾ ਹੈ, ਜਿੱਥੇ ਕੀੜੇ ਮਕੌੜੇ ਉਹਨੂੰ ਬਰਬਾਦ ਕਰ ਰਹੇ ਨੇ, ਜੇ ਉਹ ਅਨਾਜ ਉਹਨਾਂ ਲੋਕਾਂ ਦੇ ਵਿੱਚ ਵੰਡਿਆ ਜਾਵੇ ਫਿਰ ਅਸੀਂ ਮੰਨ ਸਕਦੇ ਹਾਂ ਵੀ ਹਾਂ ਸਾਡੀ ਸਰਕਾਰ ਆ ਲੋਕਾਂ ਦੇ ਵਾਸਤੇ ਸੋਚਦੀ ਹੈ, ਲੋਕਾਂ ਦੇ ਭਲੇ ਵਾਸਤੇ ਇਹ ਜੇ ਕਾਨੂੰਨ ਲੈ ਕੇ ਆਉਂਦੀ ਹੈ। ਇਸ ਵਾਸਤੇ ਆ ਜਿਹੜੀ ਅੱਜ ਗੁਰਪੁਰਬ ਦੇ ਦਿਹਾੜੇ ਦੇ ਉੱਤੇ ਮੋਦੀ ਸਾਹਿਬ ਦੀ ਗੋਡੀ ਲਵਾਤੀ ਲੋਕਾਂ ਨੇ, ਇਹ ਜਿੱਤ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੌਸਲੇ ਹੋਰ ਵਧਣਗੇ। ਪਿੰਡਾਂ ਦੇ ਵਿੱਚੋਂ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਨੇ ਜਿਹੜਾ ਦਿੱਲੀ ਨੂੰ ਜਾਣਾ ਹੈ। ਜਿੰਨਾ ਚਿਰ MSP ਦਾ ਕਾਨੂੰਨ ਲਿਖਤੀ ਰੂਪ 'ਚ ਤੇ ਜਿਹੜੇ ਕਾਨੂੰਨ ਰੱਦ ਕਰਨ ਦੀ ਗੱਲ ਕਰਦਾ, ਜਿਹੜੇ ਗੱਲ ਕਰਦਾ ਵੀ ਮੈਂ ਵਾਪਸ ਲੈ ਲੇ, ਜਿੰਨਾ ਚਿਰ ਇਹਨਾਂ ਦਾ ਲਿਖਤੀ ਸਮਝੌਤਾ ਸਾਡੇ ਆਗੂਆਂ ਦੇ ਹੱਥ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਇਹਨਾਂ ਨੂੰ ਰੱਦ ਨਹੀਂ ਹਾਲੇ ਸਮਝਦੇ। ਬਿਲਕੁਲ ਜੀ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਇਹੀ ਕਹਿ ਰਹੇ ਨੇ ਕਿ ਜਦੋਂ ਲਿਖਤੀ ਪ੍ਰਤੀਕਿਰਿਆ ਹੋਊਗੀ ਉਸ ਤੋਂ ਬਾਅਦ ਦਿੱਲੀ ਦੇ ਧਰਨੇ ਪ੍ਰਦਰਸ਼ਨ ਖਤਮ ਕੀਤੇ ਜਾਣਗੇ। ਸੋ ਅਲੱਗ-ਅਲੱਗ ਪ੍ਰਤੀਕਰਮ ਆ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਮਨਜੀਤ ਸਿੰਘ ਘਰਾਚੋਂ ਮੌਜੂਦ ਨੇ। ਘਰਾਚੋਂ ਜੀ, ਦੇਰ ਆਏ ਦੁਰਸਤ ਆਏ, ਦੇਰ ਤਾਂ ਲੱਗੀ ਆ ਪਰ ਫੈਸਲਾ ਤੁਹਾਡੇ ਹੱਕ 'ਚ ਆਇਆ, ਕਿਵੇਂ ਦੇਖਦੇ ਹੋ? ਇਹ ਲੜਾਈ ਜਿਹੜੀ ਅਯੋਗ ਅਦਾਰਿਆਂ ਦੇ ਬਰਖਲਾਫ ਸੀ, ਇਹ ਛੋਟੀ ਲੜਾਈ ਨਹੀਂ ਸੀ। ਦੇਰ ਇਹਨੂੰ ਤਾਂ ਲੱਗੀ ਹੈ, ਬਹੁਤ ਵੱਡੀ ਲੜਾਈ ਸੀ। ਇੱਕ ਪਾਸੇ ਰੋਜੀ ਰੋਟੀ ਤੇ ਬਚਾਉਣ ਦੀ ਲੜਾਈ, ਜ਼ਮੀਨਾਂ ਨੂੰ ਬਚਾਉਣ ਦੀ ਲੜਾਈ, ਉਸ ਅਯੋਗ ਅਦਾਰੇ ਜਿਹੜੇ ਦੁਨੀਆ ਨੂੰ ਚਲਾਉਂਦੇ ਆ ਉਹਨਾਂ ਦੇ ਬਰਖਲਾਫ ਭਾਰਤ ਦੇ ਲੋਕ ਲੜ ਰਹੇ ਸੀ। ਭਾਰਤ ਦੇ ਬਾਦਸ਼ਾਹ ਨੂੰ ਲੋਕਾਂ ਦੇ ਅੱਗੇ ਗੋਡਨੇ ਟੇਕਣੇ ਪਏ ਆ। ਲੋਕਾਂ ਦਾ ਰੋਹ ਦੇਖ ਕੇ ਜਦੋਂ ਲੋਕਾਂ ਦਾ ਇਹ ਪਤਾ ਲੱਗ ਗਿਆ ਵੀ ਇਹ ਮਰਨ ਸਿਰ ਤੇ ਕੱਫਣ ਬੰਨ੍ਹ ਕੇ ਆਇਆ, ਅਨੇਕਾਂ ਲਾਸ਼ਾਂ ਇੱਥੋਂ ਚਲੀਆਂ ਗਈਆਂ, ਅਨੇਕਾਂ ਕੁਰਬਾਨੀਆਂ ਦੇ ਦਿੱਤੀਆਂ, ਉਹਦੇ ਅੱਗੇ ਰਾਜੇ ਨੂੰ ਝੁਕਣਾ ਪਿਆ, ਅੱਜ ਬਿਆਨ ਦੇਣਾ ਪਿਆ ਉਸ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਨਮ ਦਿਹਾੜੇ ਦੇ ਉੱਤੇ, ਜਿਹਨੇ ਸਾਨੂੰ ਲੜਨਾ ਸਿਖਾਇਆ ਰਾਜਿਆਂ ਦੇ ਬਰਖਲਾਫ। ਅੱਜ ਉਸੇ ਦੇ ਦਿਹਾੜੇ ਦੇ ਉੱਤੇ ਰਾਜੇ ਨੂੰ ਬੋਲਣਾ ਪਿਆ, ਝੁਕਣਾ ਪਿਆ ਉਸ ਮੋਦੀ ਨੂੰ, ਜਿਹੜਾ ਕਹਿੰਦੀ ਵੀ ਮੋਦੀ ਆ ਜੋ ਬੋਲ ਦਿੱਤਾ ਜਵਾਨ ਚੋਂ ਵਾਪਸ ਨਹੀਂ ਹੁੰਦਾ, ਤੀਰ ਚੱਲਿਆ ਕਦੇ ਕਮਾਨ ਚੋਂ ਵਾਪਸ ਨਹੀਂ ਹੁੰਦਾ। ਅੱਜ ਤੀਰ ਦੁਬਾਰੇ ਚੱਲਿਆ ਕਮਾਨ ਵਿੱਚ ਪਾਤਾ ਇਹ ਲੋਕਾਂ ਨੇ। ਜਥੇਬੰਦੀਆਂ ਨੂੰ ਯਕੀਨ ਸੀਗਾ, ਜਥੇਬੰਦੀਆਂ ਨੂੰ ਭਰੋਸਾ ਸੀਗਾ ਵੀ ਹਾਕਮ ਝੁਕਦੇ ਹੁੰਦੇ ਆ ਜਦੋਂ ਲੋਕ ਝੁਕਾਉਣ ਦੀ ਤਾਕਤ ਰੱਖਦੇ ਹੋਣ। ਉਸ ਤਾਕਤ ਨਾਲ 1 ਸਾਲ ਤੋਂ ਵੱਧ ਲੋਕਾਂ ਨੇ
ਲੜਾਈ ਦਿੱਤੀ ਤੇ ਆਪਦਾ ਸਮਾਂ ਛੱਡਿਆ ਤੇ ਕੁਰਬਾਨੀਆਂ ਦਿੱਤੀਆਂ। ਸਾਡੀਆਂ ਮਾਵਾਂ ਭੈਣਾਂ ਗੱਡੀਆਂ ਥੱਲੇ ਕੁਚਲ ਕੇ ਮਰ ਗਈਆਂ, ਪਰ ਉਹਨਾਂ ਦੇ ਪਰਿਵਾਰ ਭੋਗਾਂ ਤੋਂ ਬਾਅਦ ਪੰਡਾਲਾਂ 'ਚ ਬੈਠਦੇ ਰਹੇ ਜਾ ਕੇ। ਬਹੁਤ ਵੱਡੀ ਜਾਣੀ ਕਿ ਕੁਰਬਾਨੀ ਆ ਪਰਿਵਾਰਾਂ ਦੀ, ਬੇਅਰਥ ਨਹੀਂ ਜਾਊਗੀ, ਉਹ ਰੰਗ ਲੈ ਕੇ ਆਈ ਹੈ। ਭਾਰਤ ਦੇ ਸੁਨਹਿਰੀ ਅੱਖਰਾਂ 'ਚ ਨਾਂ ਲਿਖਿਆ ਜਾਣਾ ਉਹ ਲੋਕਾਂ ਦਾ ਜਿਹੜਿਆਂ ਦੇ 700 ਤੋਂ ਵੱਧ ਕੁਰਬਾਨੀਆਂ ਹੋਈਆਂ। ਨੌਜਵਾਨਾਂ ਨੇ ਇਸ ਦੇ ਵਿੱਚ ਆਪਦਾ ਖੂਨ ਪਾਇਆ ਹੈ। ਇਹ ਖੂਨ ਪਾ ਕੇ ਜਾਣੀ ਕਿ ਜਾਇਦਾਦਾਂ ਜਿਹੜੀਆਂ ਬਚਾਉਣੀਆਂ ਕੀਤੀਆਂ। ਆਉਣ ਵਾਲੇ ਸਮੇਂ 'ਚ ਲਿਖਤੀ ਰੂਪ ਦੇ ਵਿੱਚ ਲੈ ਕੇ ਇਸ ਕਾਨੂੰਨਾਂ ਨੂੰ ਫੇਰ ਭਾਰਤ ਦੇ ਬਾਰਡਰ ਤੋਂ ਉੱਠਾਂਗੇ। ਉਹਨਾਂ ਤੱਕ ਜਾਣੀ ਕਿ ਸੰਯੁਕਤ ਮੋਰਚੇ ਦੀ ਮੀਟਿੰਗ ਜੋ ਤੈਅ ਕਰਕੇ ਉਹ ਕੋਈ ਐਲਾਨ ਕਰਨਗੇ। ਕਰਾਚੋ ਸਾਹਿਬ ਇਹ ਗੱਲ ਨਹੀਂ ਵੀ ਅੱਜੇ ਆਉਣੇ ਸ਼ੁਰੂ ਹੋ ਗਏ ਉੱਥੋਂ, ਵੀ ਦਿੱਲੀ ਤੋਂ ਕਿਸਾਨ ਚੱਲ ਪਏ ਜੀ ਆ ਗਏ, ਹਜੇ ਨਹੀਂ ਆਉਂਦੇ ਉੱਥੋਂ? ਨਾ ਹਜੇ ਤਾਂ ਇਕੱਠ ਵਧੂਗਾ ਜਿੰਨਾ ਤੱਕ ਲਿਖਤੀ ਰੂਪ 'ਚ ਨਹੀਂ ਮਿਲਦਾ। ਸੰਯੁਕਤ ਮੋਰਚੇ ਦਾ ਕੋਈ ਬਿਆਨ ਨਹੀਂ ਆਉਂਦਾ। ਸੰਯੁਕਤ ਮੋਰਚੇ ਦੇ ਬਿਆਨ ਦੇ ਉੱਤੇ ਫੁੱਲ ਚੜਾਏ ਜਾਣਗੇ। ਜਦੋਂ ਉਹਨਾਂ ਨੇ ਕਹਿਤਾ ਵੀ ਅੱਜ ਖੁਸ਼ੀ ਮਨਾ ਕੇ ਅਸੀਂ ਬਾਰਡਰਾਂ ਤੋਂ ਕੱਲ ਨੂੰ ਇੱਥੋਂ ਚਾਲੇ ਪਾਵਾਂਗੇ, ਫਿਰ ਅਸੀਂ ਖੁਸ਼ੀ ਵਾਪਸ ਆ ਕੇ ਇਸ ਬਾਰਡਰਾਂ ਦੇ ਉੱਤੋਂ ਘਰੇ ਆ ਕੇ ਖੁਸ਼ੀਆਂ ਮਨਾਵਾਂਗੇ। ਉਹਨਾਂ ਤੱਕ ਜਾਣੀ ਕਿ ਅਸੀਂ ਕਿਉਂ ਰਾਜੇ ਨੇ ਜਿਹੜੇ ਭਵਨ ਨੂੰ ਟਾਈਮ ਨਹੀਂ ਲਾਉਂਦੇ ਹੁੰਦੇ। ਇਹ ਭਲੀ ਭਾਂਤੀ ਜਥੇਬੰਦੀਆਂ ਜਾਣਦੀਆਂ, ਤਰੀਕੇ ਨਾਲ ਲੜਦੀਆਂ ਰਹੀਆਂ, ਬੜੇ ਤਰੀਕੇ ਅਪਣਾ ਕੇ ਦੇਖਿਆ। ਲਿਖਤੀ ਰੂਪ 'ਚ ਲੈ ਕੇ ਜਾਣੀ ਕਿ ਜਥੇਬੰਦੀਆਂ ਕੋਈ ਐਲਾਨ ਕਰਨਗੀਆਂ, ਉਹਨਾਂ ਤੇ ਫੁੱਲ ਚੜਾਏ ਜਾਣਗੇ। ਬਿਲਕੁਲ ਜੀ। ਸੋ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਸੰਯੁਕਤ ਕਿਸਾਨ ਮੋਰਚਾ ਜਦੋਂ ਕਹੂਗਾ ਮੀਟਿੰਗ ਕਰਨਗੇ, ਉਸ ਤੋਂ ਬਾਅਦ ਹੀ ਦਿੱਲੀ ਬਾਰਡਰਾਂ ਤੋਂ ਆਵਾਂਗੇ। ਹਜੇ ਦਿੱਲੀ ਬਾਰਡਰਾਂ ਤੋਂ ਨਹੀਂ ਆਉਂਦੇ ਜਿੰਨਾ ਟਾਈਮ ਲਿਖਤੀ ਪ੍ਰਤੀਕਿਰਿਆ ਨਹੀਂ ਹੁੰਦੀ। ਸਾਡੇ ਨਾਲ ਹਰਜੀਤ ਸਿੰਘ ਮਹਿਲਾ ਮੌਜੂਦ ਨੇ। ਮਹਿਲਾ ਜੀ, ਬੂਰ ਆ ਗਿਆ ਤੁਹਾਡੇ ਪ੍ਰਦਰਸ਼ਨਾਂ ਨੂੰ? ਅੱਜ ਸਾਡੇ ਉਸ ਬਾਬੇ ਨਾਨਕ ਦਾ ਜਨਮ ਦਿਨ ਹੈ ਜਿਨੇ ਬਾਬਰ ਨੂੰ ਜਾਬਰ ਕਿਹਾ ਸੀਗਾ। ਅੱਜ ਦੇ ਹਾਕਮ ਵੀ ਜਾਬਰ ਸੀਗੇ। ਅੱਜ ਵੀ ਉਸੇ ਬਾਬੇ ਨਾਨਕ ਦੇ ਵਾਰਸ ਕਿਰਤੀ ਲੋਕ ਲੜਨ ਲੱਗੇ ਹੋਏ ਸੀ ਇਹਨਾਂ ਹਾਕਮਾਂ ਦੇ ਬਰਖਲਾਫ। ਇਸ ਕਰਕੇ ਅੱਜ ਨਰਿੰਦਰ ਮੋਦੀ ਨੇ ਜਿਹੜੀਆਂ ਬਾਬੇ ਨਾਨਕ ਦੇ ਜਨਮ ਦਿਨ ਦੇ ਉੱਤੇ ਕਿਸਾਨਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈਗੀ, ਇਹ ਬਹੁਤ ਚਿਰ ਪਹਿਲਾਂ ਮੰਗ ਲੈਣੀ ਚਾਹੀਦੀ ਸੀਗੀ। ਕਿਉਂਕਿ ਇਹ ਕਿਰਤੀ ਲੋਕ ਨੇ, ਇਹ ਕਿਰਤੀ ਲੋਕਾਂ ਦੇ ਰਾਜ ਦੇਣ ਸਦਕਾ ਹੀ ਨਰਿੰਦਰ ਮੋਦੀ ਰਾਜ ਦੇ ਉੱਤੇ ਵਿਰਾਜਮਾਨ ਸੀਗਾ। ਨਹੀਂ ਲੋਕ ਇਸ ਨਰਿੰਦਰ ਮੋਦੀ ਦੀ ਕੁਰਸੀ ਨੂੰ ਖਿੱਚਣ ਲੱਗੇ ਹੋਏ ਸੀਗੇ। ਪਰ ਅੱਜ ਵੀ ਨਰਿੰਦਰ ਮੋਦੀ ਨੇ ਸਿਆਸਤ ਖੇਡੀ ਹੈਗੀ ਸਾਡੇ ਬਾਬੇ ਨਾਨਕ ਦੇ ਜਨਮ ਦਿਨ ਦੇ ਉੱਤੇ ਇਹ ਕਾਨੂੰਨ ਰੱਦ ਕਰਨ ਦੀ। ਕਿਉਂ? ਉਹ ਸਾਡੇ ਸਿੱਖ ਕੌਮ ਨੂੰ ਆਪਣੇ ਬਲੇਮੇ 'ਚ ਲੈਣਾ ਚਾਹੁੰਦਾ ਹੈ ਵੀ ਮੈਂ ਅੱਜ ਬਾਬੇ ਨਾਨਕ ਦੇ ਜਨਮ ਦਿਨ ਦੇ ਉੱਤੇ ਮਤਲਬ ਇਹ ਕਾਨੂੰਨ ਰੱਦ ਕਰ ਰਿਹਾਗਾ। ਇਸ ਕਰਕੇ ਇਸ ਨਰਿੰਦਰ ਮੋਦੀ ਨੂੰ ਮਨ ਦੇ ਵਿੱਚੋਂ ਭੁਲੇਖਾ ਕੱਢ ਲੈਣਾ ਚਾਹੀਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਕਿਤੇ ਪੈਰ ਧਰ ਜੂਗੀ, ਕਿਤੇ ਪੈਰ ਜਮਾ ਜੂਗੀ। ਬਿਲਕੁਲ ਇਹ ਇਹਨਾਂ ਦੀ ਗਲਤਫਹਿਮੀ ਹੋਊਗੀ। ਇਸ ਕਰਕੇ ਲੜਨ ਵਾਲੇ ਲੋਕਾਂ ਦੇ ਵਿੱਚ ਅੱਜ ਵੱਡਾ ਉਤਸ਼ਾਹ ਆਏਗਾ, ਵੱਡਾ ਹੌਸਲੇ ਆਏ ਨੇ ਲੋਕਾਂ ਦੇ ਵਿੱਚ। ਕਿਉਂਕਿ ਲੜਨ ਵਾਲੇ ਲੋਕ ਕਦੇ ਵੀ ਹਾਰੇ ਨਹੀਂ। ਜੰਗਾਂ ਲੱਗਦੀਆਂ ਨੇ, ਜੰਗਾਂ ਦੇ ਵਿੱਚ ਲੋਕ ਸ਼ਹੀਦੀਆਂ ਪਾਉਂਦੇ ਨੇਗੇ। 700 ਤੋਂ ਉੱਤੇ ਸਾਡੇ ਲੋਕ ਸ਼ਹੀਦ ਹੋ ਚੁੱਕੇ ਨੇ। ਇਸ ਕਰਕੇ ਇਸ ਨਰਿੰਦਰ ਮੋਦੀ ਨੇ ਜਿਹੜੇ ਅੱਜ ਕਾਨੂੰਨ ਰੱਦ ਕੀਤੇ ਨੇ, ਉਹ ਸਾਡੇ ਸ਼ਹੀਦਾਂ ਨੂੰ ਇਸ ਅੱਜ ਸ਼ਰਧਾਂਜਲੀ ਜਾਂਦੀ ਹੈ। ਆਓ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅੱਜ ਰੰਗ ਲੈ ਕੇ ਆਏਗਾ ਜੀ। ਸੋ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਜੋ ਸ਼ਹਾਦਤਾਂ ਹੋਈਆਂ ਨੇ, ਜੋ ਸ਼ਹਾਦਤਾਂ ਕਿਸਾਨਾਂ ਦੀਆਂ ਹੋਈਆਂ ਨੇ, ਉਹ ਰੰਗ ਲੈ ਕੇ ਆਏ ਨੇ। ਕਿਉਂਕਿ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਆ ਇਹ ਅੰਦੋਲਨ ਦੇ ਵਿੱਚ। ਲਗਾਤਾਰ ਪ੍ਰਦਰਸ਼ਨ ਜਾਰੀ ਨੇ ਅਤੇ ਕਿਸਾਨ ਕਹਿ ਰਹੇ ਨੇ ਜਦੋਂ ਤੱਕ ਲਿਖਤੀ ਪ੍ਰਤੀਕਰਮ ਕੋਈ ਨਹੀਂ ਆਉਂਦੀ, ਲਿਖਤੀ ਪ੍ਰਕਿਰਿਆ ਨਹੀਂ ਹੁੰਦੀ, ਉਦੋਂ ਤੱਕ ਅਸੀਂ ਦਿੱਲੀ ਦੇ ਬਾਰਡਰਾਂ ਤੋਂ ਨਹੀਂ ਆਵਾਂਗੇ ਅਤੇ ਦਿੱਲੀ ਦੇ ਬਾਰਡਰਾਂ ਤੇ ਪ੍ਰਦਰਸ਼ਨ ਐਵੇਂ ਜਿਵੇਂ ਹੀ ਚੱਲਦੇ ਰਹਿਣਗੇ। ਇਕਬਾਲ ਸਿੰਘ ਫੱਗੂਵਾਲਾ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।